Hello everyone, welcome you all in your own channel Learn Everything. So next ਅਸੀਂ ਹਾਈਡਰੋਕਾਰਬਨ ਦਾ ਦੇਖਾਂਗੇ effect of hybridization on the bond length, bond dissociation enthalpy and the electronegativity. Clear? So ਤੁਹਾਨੂੰ ਮੈਂ ਇਹਦੇ ਵਿੱਚ ਮੇਨ ਦੱਸਾਂਗੀ ਇਹਦੇ ਬਾਰੇ ਕੀ ਹੈਗਾ ਆ। ਦੇਖੋ ਇਹਦੇ ਵਿੱਚ ਫਸਟ ਗੱਲ ਕੀਤੀ ਹੈ ਬੌਂਡ ਲੈਂਥ ਦੀ। ਸਿੰਸ p orbital is bigger in size and s orbital is small shell, s ਦਾ ਸਾਈਜ਼ ਛੋਟਾ ਹੁੰਦਾ ਬਟ ਜਿਹੜਾ p orbital ਆ ਸਾਈਜ਼ ਕੀ ਹੁੰਦਾ ਵੱਡਾ ਹੁੰਦਾ। as we go from sp3 to sp, ਜਿੱਦਾਂ ਤੁਸੀਂ sp3 ਆ ਉਸ ਤੋਂ ਬਾਅਦ sp2 ਆ ਫਿਰ sp ਵੱਲ ਜਾਂਦੇ ਹੋ ਉੱਦਾਂ ਉੱਦਾਂ ਕੀ ਹੁੰਦਾ ਤਾਂ ਪਰਸੈਂਟ ਆਫ p ਕਰੈਕਟਰ ਘਟਦੀ ਜਾ ਰਹੀ ਹੈ। ਜਿੱਦਾਂ ਹੁਣ ਇੱਥੇ ਦੇਖੋ 4 ਜਾਣੇ ਆ 3 ਤੇ 1 4, ਹਰ ਇੱਕ ਨੂੰ ਕਿੰਨੇ ਪਰਸੈਂਟ ਆਏਗਾ 25%। ਇਹਦੇ ਵਿੱਚ 3 ਜਾਣੇ ਕਿੰਨਾ ਆਏਗਾ 33.3% ਐਂਡ ਇੱਥੇ ਕਿੰਨਾ ਆਏਗਾ ਸਾਡੇ ਕੋਲ 50%। ਸੋ ਇਹਦੇ ਵਿੱਚ ਕੀ ਆ ਸਾਡੇ ਕੋਲ ਹੁਣ ਇਹਦੇ ਅਕੋਰਡਿੰਗ ਕੀ ਹੋ ਰਿਹਾ ਆ ਕਿ ਜਿੱਦਾਂ ਆਪਾਂ ਇੱਧਰ ਨੂੰ ਜਾ ਰਹੇ ਹਾਂ sp3 to sp2 and sp2 to sc, the percentage of p character decreases from 75% in sp3। ਹੁਣ 75% ਕਿੱਦਾਂ sp3 ਦੇ ਵਿੱਚ ਦੇਖੋ sp3 ਦੀ ਗੱਲ ਕਰਦੇ ਹਾਂ ਆਪਾਂ। मैं क्या ही सारा 25 आना 3 ਤੇ 1 4 ਆ ਤੇ p किन्ने 3 to 25 into 3 किन्ना हो गया 75% आ गया। ਜਦੋਂ मैं गल करदी ਹਾਂ sp2 ਦੀ ਜੇ ਅਸੀਂ 100 ਚ ਡਿਵਾਈਡ ਇਹਨੂੰ ਕਰਾਂਗੇ ਤਾਂ ਟੋਟਲ 2p ਹੈਗੇ ਨੇ 33.3 ਇੱਕ ਨੂੰ ਆਏਗਾ ਤੇ 2p ਹੈ ਤੇ ਕਿੰਨਾ ਆ ਜਾਏਗਾ 66.7। ਜਦੋਂ ਗੱਲ ਆਏਗੀ s ਦੀ ਉਦੋਂ ਬਚ ਕਿੰਨਾ ਗਿਆ 50% ਦੋਨਾਂ ਚ ਡਿਵਾਈਡ ਹੋਣਾ। ਸੋ ਅਸੀਂ ਦੇਖਿਆ ਜਿਹੜਾ p ਕਰੈਕਟਰ ਆ ਉਹ ਜਿੱਦਾਂ ਆਪਾਂ ਇੱਧਰ ਨੂੰ ਗਏ ਆ ਉਹ ਘਟ ਗਿਆ। ਅਕੋਰਡਿੰਗਲੀ ਕੀ ਹੋਏਗਾ ਦਾ ਸਾਈਜ਼ ਆਫ ਹਾਈਬ੍ਰਿਡ ਆਰਬਿਟਲ ਕੀ ਹੋਏਗਾ ਡਿਕਰੀਜ਼ ਹੋਏਗਾ ਇਸ ਆਰਬਿਟ ਦੇ ਵਿੱਚ ਕਿਉਂਕਿ p ਕਰੈਕਟਰ ਘਟ ਰਿਹਾ। ਠੀਕ ਹੈ, ਇਹਦਾ ਮਤਲਬ ਕਿ ਉਹਦੇ ਆਰਬਿਟ ਦਾ ਜਿਹੜਾ ਹਾਈਬ੍ਰਿਡ ਆਰਬਿਟਲ ਆ ਸਾਈਜ਼ ਡਿਕਰੀਜ਼ ਕਰਦਾ। ਐਜ਼ ਅ ਲਾਰਜ ਆਰਬਿਟਲ ਫॉर्म ਦਾ ਲਾਰਜ ਬੌਂਡ, ਜੇ ਆਰਬਿਟ ਲਾਰਜ ਹੋਣਗੇ ਆਰਬਿਟਲ ਤੇ ਉਹ ਆਰਬਿਟਲ ਲਾਰਜ ਹੋਣਗੇ ਤੇ ਲਾਰਜ ਬੌਂਡ ਫਾਰਮੇਸ਼ਨ ਹੋਏਗੀ। ਦੇਅਰਫੋਰ ਕਾਰਬਨ ਬੌਂਡ ਲੈਂਥ ਡਿਕਰੀਜ਼ ਕਰਦੀ ਹੈ। ਸੋ sp ਦੇ ਵਿੱਚ ਕੀ ਹੋਗੀ ਸਭ ਤੋਂ ਘੱਟ ਹੋਏਗੀ। ਕਲੀਅਰ, ਲਾਰਜ ਬੌਂਡ ਲੈਂਥ ਕਿਹਦੇ ਵਿੱਚ ਹੋਏਗੀ ਫਿਰ ਇਸ ਵਿੱਚ ਕਿਉਂਕਿ ਇਹਦੇ ਵਿੱਚ p ਕਰੈਕਟਰ ਕੀ ਆ ਜ਼ਿਆਦਾ ਆ। ਪੇਪਰ 'ਚ ਜਾਂ ਤਾਂ ਤੁਹਾਨੂੰ ਆਰਡਰ ਪੁੱਛੇਗਾ ਬੌਂਡ ਲੈਂਥ ਦਾ, ਠੀਕ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਿੰਗਲ, ਤੁਹਾਨੂੰ ਇਹ ਤਾਂ ਦੱਸਿਆ ਨਾ ਮੈਂ ਜਿਹੜੇ ਸਿੰਗਲ ਬੌਂਡ ਹੁੰਦੇ ਉਹਨਾਂ 'ਚ sp3 ਹਾਈਬ੍ਰਿਡਾਈਜੇਸ਼ਨ ਦੀ, ਡਬਲ ਵਾਲੇ sp2, ਟ੍ਰਿਪਲ ਵਾਲੇ sp। ਸੋ ਜਾਂ ਤਾਂ ਤੁਹਾਨੂੰ ਇੱਦਾਂ ਆਰਡਰ ਦੇ ਦੇਗਾ ਕਿ ਇਹਨੂੰ ਬੌਂਡ ਲੈਂਥ 'ਤੇ ਆਰਡਰ 'ਚ ਲਗਾਓ ਅਤੇ ਤੁਹਾਨੂੰ ਪਤਾ ਕਿ ਜਿਹੜਾ ਟ੍ਰਿਪਲ ਬੌਂਡ ਵਾਲਾ ਹੋਏਗਾ ਉਹਦੀ ਬੌਂਡ ਲੈਂਥ ਸਭ ਤੋਂ ਘੱਟ। ਜਾਂ ਮੈਂ ਤੁਹਾਨੂੰ ਸ਼ਾਰਟਕਟ ਤੁਹਾਨੂੰ ਇੱਕ ਟ੍ਰਿਕ ਦੱਸਦੀ ਹਾਂ ਕਿੱਦਾਂ ਯਾਦ ਰੱਖਿਓ। ਦੇਖੋ ਦੋ ਚੀਜ਼ਾਂ ਕੋਈ ਇਹਨਾਂ ਨੂੰ ਬੰਨਣਾ ਆਪਸ 'ਚ ਅਤੇ 3 ਰੱਸੀਆਂ ਪਾ ਦਿੱਤੀਆਂ, ਉਹ ਕਾਫੀ ਕਲੋਜ਼ ਆ ਗਏ। ਠੀਕ ਹੈ, ਇਸ ਕਰਕੇ ਲੈਂਥ ਵਾਲੀ ਵਿਚਲੀ ਘੱਟ ਗਈ, 2 ਰੱਸੀਆਂ ਥੋੜ੍ਹੀ ਢਿੱਲੇ ਹੋ ਗਏ ਅਤੇ ਇੱਕ ਹੀ ਰੱਸੀ ਪਾਈ ਹੈ ਅਤੇ ਹੋਰ ਢਿੱਲੇ ਹੋ ਗਏ, ਮਤਲਬ ਇਹ 'ਚ ਬੌਂਡ ਲੈਂਥ ਕਾਫੀ ਹੋਏਗੀ। ਸੋ ਇੱਦਾਂ ਥੋੜ੍ਹਾ ਮਤਲਬ ਕਿ ਟ੍ਰਿਕ ਵਾਈਜ਼ ਵੀ ਯਾਦ ਰੱਖ ਸਕਦੇ ਹੋ ਤੁਸੀਂ। ਇਹਦੀ ਜਿਹੜੀ ਬੌਂਡ ਲੈਂਥ ਆ ਦੇਖੋ ਜ਼ਿਆਦਾ ਹੈਗੀ ਆ 154 ਪਿਕੋਮੀਟਰ ਹੁੰਦੀ ਹੈ, ਇਹਦੀ ਕਿਸ 'ਚ 134 ਥੋੜ੍ਹੀ ਘੱਟ ਗਈ, ਟ੍ਰਿਪਲ ਬੌਂਡ 'ਚ ਹੋਰ ਲੈਂਥ ਘੱਟ ਗਈ 120 ਪਿਕੋਮੀਟਰ ਤੱਕ ਆ ਗਈ ਹੈ। ਠੀਕ ਹੈ, ਸੋ ਇਹਨੂੰ ਤੁਸੀਂ ਧਿਆਨ ਰੱਖਣਾ। ਨੈਕਸਟ ਅਸੀਂ ਇਹਦੇ ਵਿੱਚ ਜੋ ਦੇਖਦੇ ਹਾਂ ਇਹਦੇ ਵਿੱਚ ਇੱਥੇ ਨਹੀਂ ਜਿੱਤਾ ਸੀ ਸਿਮਿਲਰਲੀ CH ਬੌਂਡ ਉਹਦੀ ਵੀ ਅਲੱਗ ਇਹਦੀ 1s ਆਰਬਿਟਲ ਦੇਖੀ ਆ ਕਿ ਜਿੱਦਾਂ ਦਾ ਸਾਈਜ਼ ਆਰਬਿਟ ਦਾ ਕੀ ਹੋਏਗਾ ਆਰਬਿਟਲ ਦਾ ਡਿਕਰੀਜ਼ ਹੋਏਗਾ, ਬੌਂਡ ਲੈਂਥ ਵੀ ਕੀ ਹੋਏਗੀ ਡਿਕਰੀਜ਼ ਹੋਏਗੀ। ਸੋ ਇਹਦੇ ਅਕੋਰਡਿੰਗ ਦੱਸਿਆ ਆ CH ਬੌਂਡ ਫॉर्म ਵਿਦ ਦਾ ਕਾਰਬਨ ਆਰਬਿਟਲ to high s character will be shortened than the one formed by the carbon। ਇਹਦੇ ਵਿੱਚ ਦੇਖੋ ਤੁਸੀਂ ਇੱਥੇ ਦੇਖੋ ਹੁਣ ਇੱਥੇ ਦੇਖੋ sp3 ਹੈਗਾ ਕਾਰਬਨ ਸਿੰਗਲ ਬੌਂਡ ਹੈ sp3, ਡਬਲ ਬੌਂਡ ਹੋਇਆ ਤੇ sp2, ਇਹ ਹੋਇਆ ਤੇ sp3। ਇਹਦੇ ਵਿੱਚ ਗੱਲ ਕੀਤੀ ਉਹਨੇ CH ਬੌਂਡ ਦੀ, ਇੱਥੇ CH ਬੌਂਡ ਦੀ ਸਭ ਤੋਂ ਜ਼ਿਆਦਾ ਹੈਗੀ ਹੈ 111, ਫਿਰ 110, ਫਿਰ 108 ਹੋ ਗਈ। ਸੋ ਇੱਦਾਂ ਕੀ ਹੋਇਆ ਬੌਂਡ ਲੈਂਥ ਕੀ ਆ ਅਗੇਨ ਕੀ ਕਰ ਰਹੀ ਆ ਘੱਟ ਹੀ ਰਹੀ ਹੈ। ਸੋ ਵੈਦਰ ਤੁਸੀਂ ਕਾਰਬਨ ਦੇ ਵਿੱਚ ਦੇਖ ਰਹੇ ਹੋ ਜਾਂ CH ਦੇ ਵਿੱਚ ਦੇਖ ਰਹੇ ਹੋ ਬੌਂਡ ਲੈਂਥ ਜਿਹੜੀ ਆ ਉਹ ਡਿਕਰੀਜ਼ ਕਰ ਰਹੀ ਹੈ। ਸੋ ਕਲੀਅਰ ਹੈ ਨਾ। ਨੈਕਸਟ ਹੈਗਾ ਇਹਦੇ ਵਿੱਚ ਜਿਹੜਾ ਤੁਸੀਂ ਯਾਦ ਰੱਖਣਾ ਹੈ ਬੌਂਡ ਐਂਥੈਲਪੀ ਬਾਰੇ। ਬੌਂਡ ਐਂਥੈਲਪੀ ਹੁਣ ਤੁਸੀਂ ਆਪ ਦੱਸੋ ਜਿਹੜੀ ਬੌਂਡ ਐਂਥੈਲਪੀ ਹੁੰਦੀ ਕੀ ਆ, ਮਤਲਬ ਜਿਹੜੀ ਸਾਨੂੰ ਐਂਥੈਲਪੀ ਕਿੰਨੀ ਐਨਰਜੀ ਆ, ਠੀਕ ਹੈ, ਬੌਂਡ ਦੀ ਸਟਰੈਂਥ ਕਿੰਨੀ ਆ। ਹੁਣ ਓਬਵੀਅਸਲੀ ਜਿਹਦੇ ਵਿੱਚ 3 ਰੱਸੀਆਂ ਪਈਆਂ ਹੋਈਆਂ ਆ ਉਹ ਬੌਂਡ ਦੀ ਸਟਰੈਂਥ ਕਿੰਨੀ ਹੋਏਗੀ ਜ਼ਿਆਦਾ ਹੀ ਹੋਏਗੀ, ਤਾਂ ਉਹਨੂੰ ਬੌਂਡ ਨੂੰ ਤੋੜਨ ਲਈ ਐਨਰਜੀ ਕੀ ਚਾਹੀਦੀ ਹੈ ਜ਼ਿਆਦਾ ਹੀ ਚਾਹੀਦੀ ਆ। ਸੋ ਇਸ ਕਰਕੇ ਟ੍ਰਿਪਲ ਬੌਂਡ ਵਾਲੇ ਕੇਸ 'ਚ ਐਂਥੈਲਪੀ ਸਭ ਤੋਂ ਜ਼ਿਆਦਾ, ਡਬਲ ਬੌਂਡ ਵਾਲੇ 'ਚ ਉਹ 'ਚ ਘੱਟ, ਸਿੰਗਲ ਵਾਲੇ 'ਚ ਉਹ 'ਚ ਘੱਟ। ਤੁਸੀਂ ਇੱਦਾਂ ਯਾਦ ਰੱਖ ਲੈਣਾ ਸਿੰਪਲ, ਵੈਦਰ ਇਟ ਇਜ਼ ਆਫ CH ਬੌਂਡ ਔਰ CC ਬੌਂਡ, ਜਿਹਦੀ ਮਰਜ਼ੀ ਹੋਵੇ। ਟ੍ਰਿਪਲ ਬੌਂਡ ਦੇ ਕੇਸ ਸਭ ਤੋਂ ਜ਼ਿਆਦਾ ਯਾਨੀ SP ਕਨਫੀਗਰੇਸ਼ਨ ਜਦੋਂ ਵੀ ਗੱਲ ਕਰਾਂ ਮਤਲਬ ਟ੍ਰਿਪਲ ਬੌਂਡ, sp2 ਦੀ ਗੱਲ ਕਰਾਂ ਮਤਲਬ ਡਬਲ ਬੌਂਡ, ਅਤੇ sp3 ਦੀ ਗੱਲ ਕਰਾਂ ਮਤਲਬ ਸਿੰਗਲ ਬੌਂਡ। ਸੋ ਕਲੀਅਰ। ਨੈਕਸਟ ਹੈਗਾ ਇਲੈਕਟ੍ਰੋਨੈਗੇਟਿਵਿਟੀ। ਦੇਖੋ ਇਹ ਥੋੜ੍ਹਾ ਕਾਫੀ ਇੰਟਰਸਟਿੰਗ ਜਿਹੜਾ ਹੈਗਾ ਅਸੀਂ ਇਲੈਕਟ੍ਰੋਨੈਗੇਟਿਵਿਟੀ ਦਾ ਕਨਸੈਪਟ ਕਰਦੇ ਹਾਂ, ਇਹ ਥੋੜ੍ਹਾ ਧਿਆਨ ਨਾਲ ਦੇਖਣਾ। ਇਲੈਕਟ੍ਰੋਨੈਗੇਟਿਵਿਟੀ ਵਿੱਚ ਉਹਨੇ ਗੱਲ ਕਰਨੀ ਆ S ਕਰੈਕਟਰ ਦੀ। S ਕਰੈਕਟਰ ਤੋਂ ਤੁਸੀਂ ਜੱਜ ਕਰਨਾ,
ठीक है। हुण एस करैक्टर देखो, जे मैं गल करा sp3 दी, सारिਆਂ ਨੂੰ किन्ना मिलिया ही 25 इक्को ही एस आ, तो एस कोल किन्ना करैक्टर हो गया, एस करैक्टर 25%। जे मैं गल करा sp2 दी, किन्ने जाने आ, 3 जाने, सारिਆਂ ਨੂੰ 33.3 आया, तो एक ही एस आ, किन्ना आ गया 33.3। जे मैं गल करा SP दी, किन्ना आ गया 50%। सो किहदे कोल एस करैक्टर ज़्यादा, इन केस ऑफ SP वाले को एस करैक्टर की है सब तो ज़्यादा है, देखो 50% एस करैक्टर। जिन्ना एस करैक्टर ज़्यादा होएगा उन्नी इलैक्ट्रोनैगेटिविटी की होएगी, ज़्यादा होएगी, ठीक है। क्यों, क्योंकि जो एस ऑर्बिटल होंदा है इज़ वैरी क्लोज टू न्यूक्लियस। देखो न्यूक्लियस के कोल सब तो पहले एस आएगा, फिर अगे अगे बाकी आने, ठीक है। सो इस करके ये इलैक्ट्रॉन ज़्यादा टाइटली हैल्ड होने, हुण जो न्यूक्लियस के कोल चार्ज उन्हें ज़्यादा हैल्ड किया होना इन्हूं, ठीक है। सो इस करके ये की होएगा, ज़्यादा इलैक्ट्रो नैगेटिव होएगा। सो तुसीं उत्थे ध्यान रखना है, जिहड़ी सिंगल बॉन्ड जिह SP कॉन्फिगरेशन बनेगी ना, सॉरी हाइब्रिडाइजेशन बनेगी, वो वाला की होएगा, ज़्यादा इलैक्ट्रोनैगेटिविटी होएगा। क्लियर। नैक्सट हैगी एरोमैटिसिटी, बहुत इंपॉर्टेंट है, हक्का रूल भी कहते हैं कि एरोमैटिक कोई कंपाउंड, एरोमैटिक दस्सिया सी ना विच कंटेन द बेंजीन रिंग, दस्सिया सी ना मैं तुहानूं। हुण एरोमैटिसिटी ओहदी प्रॉपर्टी, एक प्रॉपर्टी है जिहदे विच कंडीशनस फॉलो हुंदियां, इहनूं हक्का रूल भी कहते हैं। ये जिहड़ी है इहदे अकॉर्डिंग उन्हें की किया, कोई कंपाउंड नूं एरोमैटिक होने लई वालियां कंडीशन चाहिए। पहली तां डीलोकलाइजेशन, मतलब कि ਜਿਹੜੇ ਪਾਈ ਬੌਂਡ ਹੈਗੇ ਆ ਉਹ ਡੀਲੋਕਲਾਈਜ਼ ਹੋਏ ਹੋਣੇ ਚਾਹੀਦੇ, ਇੱਕ ਜਗ੍ਹਾ ਲੋਕਲਾਈਜ਼ ਕੀਤੇ, ਲੋਕਲ ਨਹੀਂ ਹੋਣੇ ਚਾਹੀਦੇ। ਜਿੱਦਾਂ ਬੈਂਜ਼ੀਨ ਦੇ ਵਿੱਚ ਹੁੰਦਾ ਨਾ, ਇਹ ਬੈਂਜ਼ੀਨ ਦੀ ਸਟਰਕਚਰ ਬਣਾਈ ਆ ਆਪਾਂ, ਇਹਦੀ ਰੈਜ਼ੋਨੈਂਸ ਬਣ ਜਾਏਗੀ, मतलब ਇੱਥੇ ਵੀ ਡਬਲ ਬੌਂਡ ਹੋ ਸਕਦਾ, ਇੱਥੇ ਵੀ ਜੇ ਦੇਖੋ ਇੱਥੇ, मतलब ਕਿਤੇ ਵੀ ਹੋ ਸਕਦਾ। ਯਾਨੀ ਕਿ ਅਸੀਂ ਫਿਰ ਉਸ ਤੋਂ ਬਾਅਦ ਉਹੀ ਵਾਲੀ ਕਹਿੰਦੇ ਆ कि ਇਹ ਲੋਕਲਾਈਜ਼ ਹੋ ਗਏ, ਸਾਰੇ ਡੀਲੋਕਲਾਈਜ਼ ਹੋ ਗਏ ਸਾਰੀ ਜਗ੍ਹਾ, मतलब ਕੋਈ ਲੋਕਲ ਨਹੀਂ ਹੈ, ਕਿਤੇ ਇੱਕ ਜਗ੍ਹਾ ਨਹੀਂ ਹੈਗੇ, ठीक है। सो पहली गल ये। दूसरी प्लेनरिटी, कि उत्थे प्लेनर होना चाहिए, मॉलिक्यूल बिल्कुल प्लेनर होना चाहिए। दूसरा 4n+2 पाई इलैक्ट्रॉन, वैरी इंपॉर्टेंट, ये क्वेश्चन पूछा जा सकता कि हक्का रूल किन्ने इलैक्ट्रॉन होंगे आ, उहदे कोल 4n+2 पाई इलैक्ट्रॉन होने चाहिए। क्वेश्चन इदा भी बन सकता, विच ऑफ द फॉलोइंग आर द क्राइटेरिया फॉर द एरोमैटिसिटी, उन्हां चों एक नहीं होएगा। सो डीलोकलाइज होने चाहिए पाई इलैक्ट्रॉन, प्लेनैरिटी होनी चाहिए, ठीक है, नाले साइक्लिक होनी चाहिए, साइक्लिक दे विच ये भी ध्यान रखियो, तो 4n+2 पाई इलैक्ट्रॉन होने चाहिए। सो इन नटशल जो तुसीं आह वाली सिर्फ डेफिनेशन देख लो ना, ਇਹਦੇ ਵਿੱਚ ਸਾਰਾ ਕੁਝ ਹੁੰਦਾ। ਐਰੋਮੈਟਿਸਿਟੀ ਕੀ ਹੁੰਦਾ, ਮੋਲੀਕੂਲ ਮਸਟ ਬੀ ਪਲੇਨਰ, ਸਾਈਕਲਿਕ ਸਿਸਟਮ, ਹੈਵਿੰਗ ਡੀਲੋਕਲਾਈਜੇਸ਼ਨ ਐਂਡ 4n+2 ਪਾਈ ਇਲੈਕਟ੍ਰੋਨ। ਸੋ ਇਸੀ ਡੈਫੀਨੇਸ਼ਨ ਦੇ ਵਿੱਚ ਸਾਰਾ ਕੁਝ ਆ, ਉਹਨੂੰ ਅਸੀਂ ਕਹਿੰਦੇ ਹੱਕਲ ਰੂਲ। ਸੋ ਹੱਕਲ ਰੂਲ ਦੇ ਅਕੋਰਡਿੰਗ ਜੇ 4n+2 ਪਾਈ ਦੀ ਗੱਲ ਕਰੀਏ, 4n ਦੀ ਵੈਲਿਊ 1 ਪੁੱਟ ਕੀਤੀ, +2 ਪਾਈ, ਕਿੰਨੇ ਆ ਗਏ 4+2 यानी 6 पाई इलैक्ट्रॉन सकते। जो मैं इतने 2 पुट कर देवां, 4 दूनी 8 ते 2 10 पाई, सो 6 पाई 10 पाई इदा इलैक्ट्रॉन होणगे, ठीक है। किन्ने इलैक्ट्रॉन होने चाहिए, 6 10। जे मैं 0 पुट कर देवां n की जगह 4n+2 पाई, तो 4n की जगह 0 पुट कर दिता, किन्ने आ गए 2 पाई, यानी 2 इलैक्ट्रॉन भी हो सकते। सो इदा इन्ने इलैक्ट्रॉन होने चाहिए। जिद्दां बेंजीन की गल करिए है ना, बेंजीन दे विच देखो किन्ने n वैल्यू वाल, n की वैल्यू 1 है ना, एक बेंजीन रिंग हैगी तुहाडे कोल, तो किन्ने आ गए n की वैल्यू जो 1 पुट की तुहाडे कोल 6 पाई इलैक्ट्रॉन आ गए। ਇਹਦੇ ਵਿੱਚ ਦੇਖੋ 2 ਰਿੰਗਸ ਹੈਗੀਆਂ, ਇਹਦੇ ਵਿੱਚ ਆ ਜਾਣਾ n ਦੀ ਵੈਲਿਊ 2 ਤੇ ਸਾਡੇ ਕੋਲ ਕਿੰਨੇ ਆ ਗਏ 2 ਪਾਈ, ਸੌਰੀ 4 2 ਦਾ 8 8+2 10 ਪਾਈ ਇਲੈਕਟ੍ਰੋਨ। ਇੱਦਾਂ ਇਹਦੇ ਵਿੱਚ n3 ਲਈ ਆ, ਠੀਕ ਆ। ਇਹਦੇ ਵਿੱਚ ਅਸੀਂ ਐਰੋਮੈਟਿਸਿਟੀ ਦੇਖਦੇ ਪਏ ਆ, ਸਾਈਕਲਿਕ ਡਾਇਆਮਰ, ਇਹਦੇ ਵਿੱਚ ਅਸੀਂ n ਦੀ ਵੈਲਿਊ ਕਿੰਨੀ ਲਈ ਆ 2 ਲੈਣੀ ਆ, ਠੀਕ ਹੈ। ਇਹਦੇ ਵਿੱਚ ਦੇਖ ਲੈਣੇ ਤੁਸੀਂ ਕੌਨਜੂਗੇਟਡ ਸਿਸਟਮ ਅੱਗੇ ਤੋਂ ਅੱਗੇ ਹੋਇਆ कि ये अकॉर्डिंग असी वैल्यूज़ ले लेनी तो तुसीं इन्हां याद रखना, मेन बेंजीन, नैप्थलीन, एंथ्रासीन, ये सारे की है ने एरोमैटिक कंपाउंड है ने। क्लीयर। प्लेनर भी है ने, सेम प्लेन वही वाला चलता पाया। दूसरा कॉन्जुगेटेड सिस्टम देखो है डबल सिंगल डबल सिंगल डबल सिंगल, ये भी डबल सिंगल डबल सिंगल डबल सिंगल, फिर ये आ गए बाहर 2 इलैक्ट्रॉन्स। सो इस करके इतने असी एन दी वैल्यू भी ले लेनी है उस अकॉर्डिंग। नैक्सट बेंजीन दी कुछ रिएक्शनस हैगियां, जे क्लोरीन ना रिएक्शन कराओगे उपर क्लोरीन लग जाना, Br2 ना कराओगे ब्रोमीन, CH3Cl ना कराओगे CH3 लगेगा, ठीक है। HCl बाहर हो जाएगा। HNO3 ना कराओगे तो NO2 लगेगा, सल्फर ना कराओगे तो SO3H, CH3Cl ना तो CH3 इत्थे भी किया सी। जे अगे हैगियां अलग अलग रिएक्शन, फीडर क्राफ्ट, एल्काइलेशन, एसाइलेशन, एल्काइलेशन च एल्काइल हैलाइड, एसाइलेशन च असाइल हैलाइड, उपर असाइल लग जाना, बस Cl बाहर हो जाना, HCl, क्योंकि इत्थों जो लगना तो H एक बाहर भी निकलनी है ना। कंबशन कराओगे तो सिर्फ कार्बन डाइऑक्साइड तो हाइड्रोजन निकलणगे बाहर, ठीक है। ये कर लेना। एक मैलिक लास्ट हैगी, ये थोड़ी इहदी देख लेनी बस।
क्वेश्चन है कि कुछ वट इफैक्ट द ब्रांचिंग ऑफ एल्केन हैज़ ऑन मैल्टिंग पॉइंट। ब्रांचिस का की इफैक्ट होंगे तो मैं दसिया ही ब्रांच का मैल्टिंग पॉइंट की करता है डिक्रीज़ करता है आप कीता पहला। हाँ जी बेंजीन ना काफ़ी ज़्यादा एक्सट्रा ऑर्डनरी स्टेबल होंगे क्यों ठीक है जबकि इसको 3 डबल बॉन्ड है तो फिर भी ये क्यों ज़्यादा स्टेबल है एक्सट्रा जी ऑर्डन स्टेबिलिटी है क्यों वो हैगी ड्यू टू रेजोनेंस। ये रेजोनेंस शो करता जिदा मैं तुम्हें पहला भी दसिया सी बेंजीन दी ना बेंजीन होंगे की है साइक्लोहेक्सेन ही होंगे बस वो अल्टरनेटिव पोजीशन से की होंगे ट्रिपल बॉन्ड लगा डबल बॉन्ड डबल सिंगल फिर डबल सिंगल डबल। बट हुणे जे मैं इत्थों भी तो शुरू कर सकती हाँ इत्थों जे मैं शुरू करा डबल सिंगल डबल सिंगल डबल। सो ये अकॉर्डिंग देखो डबल बॉन्ड तो हर जगह आ। सो रेजोनेंस शो कर रहा है कि नहीं ठीक है। रेजोनेंस शो करन करके जिन्नियां रेजोनेटिंग स्ट्रक्चर बनिया जाएगी उन्नी चीज़ की स्टेबिलिटी करती है इनक्रीज करती है ठीक है। सो इस करके तो जो पाइक लोड है वो डीलोकलाइज हो जाती एक जगह नहीं होंगे पूरे रिंग के उपर डीलोकलाइज हो जाते जिन नाल की हो जाता स्टेबिलिटी वध जाती है कि भी डायरैक्ट इदा पूछ सकते हो कि कातों ज़्यादा स्टेबल होंगे है। उस तो बाद हैगा आ सुजैसट द अनदर लुइस एसिड इंस्टैड ऑफ एनहाइड्रेट एलूमीनियम क्लोराइड। होर कोई लुइस एसिड हो गया FeCl3 भी लुइस एसिड जो मैं करवावांगी तुहानूं हो जाएगा उत्थे तुसीं इत्थे रहन दो इहनूं ये लैसन तो करना आपां। अरेंज द बेंजीन एनहेक्सेन एंड इथाइलिन इन डिक्रीजिंग ऑर्डर ऑफ एसिडिक बिहेवियर। देखो हुण इस क्वेश्चन में देखो पहला गल हुई हेक्सेन दी एन मतलब सिंगल बॉन्ड मतलब sp3 आइन मतलब ट्रिपल बॉन्ड पहला बेंजीन डबल बॉन्ड होंगे मतलब sp2 आइन मतलब ट्रिपल बॉन्ड मतलब sp। हुण इहनूं किस एसिडिक बिहेवियर से लगाना हुण तुसीं आप दसो जिस ज़्यादा एस करैक्टर होएगा ना उस इलैक्ट्रॉन एक्टिविटी ज़्यादा उहदा एस करैक्टर ज़्यादा उहदा ही एसिडिक करैक्टर भी ज़्यादा होना। हुण किहदे विच ज़्यादा एस करैक्टर हैगा सब तो sp 50% वाले वो कौन आ 50% वाला इथाइलिन जिन्हों ठीक है आइन वाला। सो वो एसिडिक करैक्टर उस तो घट sp2 वाले उस तो घट sp3 वाले सब तो घट क्योंकि ये एस करैक्टर सब तो की घट इंपॉर्टेंट है 19 क्वेश्चन बहुत ज़्यादा। नैक्सट समरी देख लेने चैप्टर की थोड़ी द एल्केन्स आर क्लासीफाइड इन असाइक्लिक ते साइक्लो तुहानूं पता एक साइक्लिक असाइक स्टार्टिंग से ही कीता सी। कॉन्फॉर्मेशनस की होंगे ड्यू टू रोटेशन सिग्मा बॉन्ड के अराउंड रोटेशन कार्बन सिग्मा बॉन्ड के अराउंड रोटेशन के कारण जी स्पेस के अलग अलग अरेंजमेंट बनती है उन्होंने बोलते कॉन्फॉर्मेशनस की है ना अलग अलग चेयर बॉट कॉन्फॉर्मेशनस एक्लिप्स्ड सारियां। स्टैगर्ड कॉन्फॉर्मेशन ऑफ इथेन एंड प्रोपेन आर मोर स्टेबल दैन देयर एक्लिप्स। भी किया ही कि इथेन ते प्रोपेन दी जिहड़ियां स्टैगर्ड आ वो ज़्यादा क्योंकि एक्लिप्स के कोल बल्कि ग्रुप कोल आ जाते ना करवाइयां में इस करके रिपल्सन वधन कारण इसकी स्टेबिलिटी घट जाती सी। बाकी ये भी आप किया ही एंटी जितना दूर से ज़्यादा सी स्क्यू उस तो घट एक्लिप्सड उस तो घट फुली एक्लिप्सड सब तो घट स्टेबल सी क्यों क्योंकि फुली दे विच तां सेम ग्रुप इस कोल आ जाते थे। चेयर कॉन्फॉर्मेशन ज़्यादा स्टेबल होंगी है क्वेश्चन आया भी सीगा इंपॉर्टेंट आ सारे इंपॉर्टेंट होंगे समरी बहुत ज़्यादा इंपॉर्टेंट होंगी है। द कंपाउंड विच हैव सेम स्ट्रक्चर फॉर्मूला बट स्पेस के अरेंजमेंट डबल बॉन्ड के अराउंड अलग हो जाए बोलते जियोमैट्रिकल जिहदे विच मैं तुहानूं कराई सिज ते ट्रांस सिज मतलब सेम ग्रुप सेम साइड ते ट्रांस मतलब सेम ग्रुप ओपोजिट साइड ते तो उस डबल बॉन्ड होना बहुत जरूरी होंगे तो जोड़े एटम जोड़े अटैच है ग्रुप वो डिफरेंट होने चाहिए तो ही लोकेट कर पावे ना आप। बाकी आ बहुत इंपॉर्टेंट बायर एजेंट आप KMNO4 कहने ये सानू डबल बॉन्ड की प्रेजेंस चैक करने भी हेल्प करता है। टर्मीनल एल्काइन्स आर एसिडिक जो टर्मीनल होंगे जिदा एंड ते ट्रिपल बॉन्ड होना ठीक है उन्होंने बोलते टर्मीनल एल्काइन्स वो हमेशा एसिडिक होने नेचर। बाकी मार्कोनिक रूल मैं तुहानूं करवाई दिता। मार्कोनिक रूल दे विच की सीगा कि जो भी असी कोई भी डबल बॉन्ड के अक्रॉस कोई भी डबल बॉन्ड अनसिमेट्रिक लै लो इधर लै लो H3 इत्थे H2 ये होएगा अगे CH3। हुण ये कोई एसिड ऐड करना ठीक है ये असी की ऐड करना कोई एसिड ऐड करना वेट यस ये कोई एसिड ऐड करना है देखो दिस इज CH3 CH2 डबल बॉन्ड CH3 HCl। सो मार्कोनिक ने किया ही नैगेटिव पार्ट है हमेशा डबल बॉन्ड उस कार्बन को जाएगा जिहदे को घट हाइड्रोजन है तो ये वाला उधर जाएगा जिधर ज़्यादा है फिर डबल बॉन्ड ब्रेक कर जाएगा। सो दिस इज़ द मार्कोनिक रूल। नेक्स्ट खराश इफैक्ट बिल्कुल एंटी मार्कोनिक जो HBr इन दी प्रेजेंस ऑफ तुसी कोई परऑक्साइड कोई ऑर्गेनिक परऑक्साइड की प्रेजेंस पर उल्टा होएगा नैगेटिव फिर उधर जाएगा जिधर ज़्यादा है हाइड्रोजन डबल बॉन्ड दी उस कार्बन को जिहदे को ज़्यादा हाइड्रोजन करवाया हुआ मैं। अरीन्स आर एरोमैटिक कंपाउंड विच कंटेन अरीन्स की होंगे इन्होंने एटलीस्ट एक बेंजीन रिंग तो होवे ना
ਬੈਂਜ਼ੀਨ ਜਿਹੜੇ ਉਹ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦੇ ਆ, ਯਾਦ ਰੱਖਣਾ। ਐਕਟੀਵੇਟਿੰਗ ਗਰੁੱਪ ਕੀ ਹੁੰਦੇ, ਆਰਥੋ ਤੇ ਪੈਰਾ ਡਾਇਰੈਕਟਰ। ਜਿਹੜੇ ਵੀ ਐਕਟੀਵੇਟਿੰਗ ਗਰੁੱਪ ਹੋਣਗੇ, ਜਿਹੜੇ ਵੀ ਐਕਟੀਵੇਟ ਕਰਦੇ ਉਹਨੂੰ ਆਰਥੋ ਤੇ ਪੈਰਾ ਤੇ ਹਮੇਸ਼ਾ ਆਰਥੋ ਪੈਰਾ ਪੋਜੀਸ਼ਨਸ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਇਹਦੇ ਰਿਸਪੈਕਟ ਟੂ ਦਿਸ ਇਜ਼ ਆਰਥੋ ਮੈਟਾ ਐਂਡ ਪੈਰਾ ਪੋਜੀਸ਼ਨ, ਉਹ ਆਰਥੋ ਤੇ ਪੈਰਾ ਡਾਇਰੈਕਟਿੰਗ ਹੋਣਗੇ। ਬਟ ਜਿਹੜੇ ਡੀਐਕਟੀਵੇਟਿੰਗ ਗਰੁੱਪ ਆ ਐਕਸੈਪਟ ਹੈਲੋਜਨ ਆਰ ਮੈਟਾ ਡਾਇਰੈਕਟਰ, ਇਹ ਬਹੁਤ ਇੰਪੋਰਟੈਂਟ ਆ ਇਹ 2 ਪੁਆਇੰਟ। ਜਿੰਨੇ ਵੀ ਐਕਟੀਵੇਟਿੰਗ ਗਰੁੱਪ ਹੋਣਗੇ ਜਿਹੜੇ ਰਿੰਗ ਨੂੰ ਐਕਟੀਵੇਟ ਕਰਦੇ ਆ, ਉਹ ਸਾਰੇ ਗਰੁੱਪ ਜਿਹੜੇ ਆਰਥੋ ਪੈਰਾ ਡਾਇਰੈਕਟਿੰਗ ਹੋਣਗੇ, ਬਟ ਡੀਐਕਟੀਵੇਟਿੰਗ ਹੈਲੋਜਨ ਨੂੰ ਛੱਡ ਕੇ ਸਾਰੇ ਮੈਟਾ ਤੇ, ਯਾਨੀ ਮੈਟਾ ਪੋਜੀਸ਼ਨ ਤੇ ਜਾ ਕੇ, ਜਿੱਦਾਂ ਦਿਸ ਇਹ ਕੋਈ ਹੈਗਾ ਇਹਦੇ ਵਿਦ ਰਿਸਪੈਕਟ ਟੂ ਆਰਥੋ, ਦਿਸ ਇਜ਼ ਅ ਮੈਟਾ ਪੋਜੀਸ਼ਨ ਤੇ ਉਹ ਅਟੈਕ ਕਰਨਗੇ ਜਾ ਕੇ। ਪੋਲੀਨਿਊਕਲੀਅਰ ਕੰਪਾਊਂਡ ਕੇਨ ਮੋਰ ਦੈਨ, ਪੋਲੀਨਿਊਕਲੀਅਰ ਹੁੰਦੇ ਜਿਹਨਾਂ 'ਚ ਇੱਕ ਤੋਂ ਜ਼ਿਆਦਾ ਬੈਂਜ਼ੀਨ ਰਿੰਗਸ ਹੁੰਦੀਆਂ, ਠੀਕ ਹੈ। LPG CNG ਤੁਹਾਨੂੰ ਪਤਾ ਹੀ ਵਧੀਆ ਗੁੱਡ ਫਿਊਲਸ ਹੈਗੇ ਨੇ, ਕਲੀਅਰ। ਉਸ ਤੋਂ ਬਾਅਦ ਕੁਛ ਕੁਐਸਚਨ ਆ ਬੈਂਜ਼ੀਨ ਦੀ ਐਕਸਟਰਾ ਸਟੇਬਿਲਿਟੀ, ਅਗੇਨ ਦ ਡੀਲੋਕਲਾਈਜੇਸ਼ਨ ਹੋਈ ਆ, ਪੂਰੀ ਡੀਲੋਕਲਾਈਜੇਸ਼ਨ ਦਿਖਾਈ ਹੈ ਕਿ ਡਬਲ ਬੌਂਡ ਹਰ ਜਗ੍ਹਾ ਹੀ ਆ, ਜੋ ਮੈਂ ਤੁਹਾਨੂੰ ਆਲਰੇਡੀ ਦੀ ਰੈਜ਼ੋਨੈਂਸ ਬਣਾ ਕੇ ਸਮਝਾ ਵੀ ਚੁੱਕੀ ਹਾਂ। ਬਾਕੀ ਐਰੋਮੈਟਿਕ ਹੋਣ ਲਈ ਕੀ ਆ, ਡੀਲੋਕਲਾਈਜੇਸ਼ਨ ਹੋਣੀ ਚਾਹੀਦੀ, ਮੋਲੀਕੂਲਰ ਪਲੇਨਰ ਹੋਣਾ ਚਾਹੀਦਾ, ਠੀਕ ਹੈ। ਰਿੰਗ ਮਸਟ ਬੀ ਪਲੇਨਰ, ਸਾਈਕਲਿਕ ਹੋਣੀ ਚਾਹੀਦੀ ਹੈ, ਅਤੇ 4n+2 ਪਾਈ ਕੀ ਹੋਣੀ ਚਾਹੀਦੀ, ਉੱਤੋਂ ਇਲੈਕਟ੍ਰੋ ਹੋਣੇ ਚਾਹੀਦੇ ਆ। ਸੋ ਇਹਦੇ ਵਿੱਚ ਇੰਨਾ ਮਤਲਬ ਜਿਹੜਾ ਇਹਨੂੰ ਚੰਗੀ ਤਰ੍ਹਾਂ ਨੋਟਸ ਐਜ਼ ਬਣਾ ਲਓ, ਬਹੁਤ ਇੰਪੋਰਟੈਂਟ ਹੈਗਾ। ਫਿਰ ਮੈਂ ਕੁਛ MCQs ਵਗੈਰਾ ਵੀ ਕਰਵਾਵਾਂਗੀ। ਥੈਂਕਸ।